ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 12ਵੀਂ ਅਤੇ ਪਦ 8ਵਾਂ ਉਹਦੇ ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਇਹ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂ-ਬ-ਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਓਨਾ ਹੀ ਪ੍ਰਾਣੀ ਵਿਚਾਰ ਸਕਦਾ ਹੈ, ਓਨਾ ਹੀ ਸੁਣ ਸਕਦਾ ਹੈ, ਓਨਾ ਹੀ ਬੋਲ ਸਕਦਾ ਹੈ। ਸੁਖਮਨੀ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸੁੱਖਾਂ ਦੀ ਬਣੀ, ਸੁੱਖ ਦਾ, ਆਰਾਮ ਦਾ, ਮੋਕਸ਼ ਦਾ ਖਜ਼ਾਨਾ ਸੱਚੇ ਪਾਤਸ਼ਾਹ ਨੇ ਅੰਮ੍ਰਿਤ 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 ਹੀ ਭਰਿਆ ਹੈ ਸੁਖਮਨੀ ਸਾਹਿਬ ਦੇ ਵਿੱਚ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਨੂੰ 24 ਘੰਟੇ ਦੀ ਕਿਰਿਆ ਦੇ ਨਾਲ ਜੋੜਿਆ ਹੈ। 24 ਘੰਟੇ ਸਮੇਂ ਨੂੰ ਮਿਟਣ ਦੇ ਲਈ ਸ਼ੁਰੂਆਤ ਹਨ। ਪਲ ਤੋਂ ਸ਼ੁਰੂ ਹੋ ਕੇ 24 ਘੰਟੇ ਅੱਗੇ ਮਿਲੀਅਨ ਸਾਲਾਂ ਤੱਕ ਜਾ ਸਕਦੇ ਹਨ। ਇੱਕ ਪ੍ਰਾਣੀ ਦਾ ਜੀਵਨ ਹੈ ਜਿਹੜਾ ਦਿਨ ਰਾਤ ਦੇ ਨਾਲ ਜੁੜਿਆ ਹੋਇਆ ਹੈ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਕਿ ਪ੍ਰਾਣੀ ਜੇ ਤੂੰ ਆਪਣੇ ਹਰ ਸਵਾਸ ਨੂੰ ਸਫਲ ਕਰ ਲਵੇ ਤਾਂ ਤੇਰਾ ਇਹ ਜੀਵਨ ਜੀਂਦਿਆਂ ਹੀ ਮੋਕਸ਼ ਪ੍ਰਾਪਤ ਕਰ ਸਕਦਾ ਹੈ, ਸੱਚ ਨੂੰ ਲੱਭ ਸਕਦਾ ਹੈ। ਸੱਚ ਕੀ ਹੈ? ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਪਦ, 24,000 ਅੱਖਰ 24 ਅਸ਼ਟਪਦੀਆਂ ਦੇ ਅਤੇ ਇੱਕ ਅਸ਼ਟਪਦੀ ਦੇ 1,000 ਅੱਖਰ ਤਕਰੀਬਨ ਹਨ। ਪ੍ਰਾਣੀ ਨੂੰ 1 ਘੰਟੇ ਦੇ ਵਿੱਚ ਤਕਰੀਬਨ 1,000 ਸਵਾਸ ਆਉਂਦੇ ਹਨ। ਸਵਾਸ ਬਾਣੀ ਨੂੰ ਸਰਵਣ ਕਰੇ, ਪ੍ਰਭੂ ਦੀ ਕਿਰਪਾ ਉਹਦੇ ਉੱਤੇ ਅਪਾਰ ਹੋ ਸਕਦੀ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਪ੍ਰਭੂ ਦਾ ਨਾਮ ਲੈਣੇ ਵਾਲਿਆਂ ਦੀ ਸਿਫਤ ਸਲਾਹ ਕੀਤੀ ਹੈ, ਵਡਿਆਈ ਕੀਤੀ ਹੈ। ਉਹਨਾਂ ਨੂੰ ਪ੍ਰਭੂ ਦਾ ਰੂਪ ਕਰਕੇ ਹੀ ਬਖਿਆਨਿਆ ਹੈ ਅਤੇ ਨਾਲ ਹੀ ਜਿਹੜੇ ਨਿੰਦਕ, ਜਿਹੜੇ ਉਹਨਾਂ ਦੀ ਨਿੰਦਿਆ ਕਰਦੇ ਹਨ ਭਗਤਾਂ ਦੀ, ਸੱਚੇ ਪਾਤਸ਼ਾਹ ਨੇ ਉਹਨਾਂ ਦੀ ਮਨਮੁਖਤਾ ਵੀ ਦਰਸਾਈ ਹੈ ਕਿ ਉਹ ਬੌਰੇ ਹਨ, ਮਾਇਆ ਦੇ ਨਸ਼ੇ ਦੇ ਵਿੱਚ ਹਿੱਲ ਚੁੱਕੇ ਹਨ ਦਿਮਾਗ ਦੇ ਪੱਖੋਂ। ਇਸ ਪਦ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਨਿਰੰਕਾਰ ਦੀ ਮਹਿਮਾ ਵਰਣਨ ਕੀਤੀ ਹੈ। ਉਹਨਾਂ ਨੇ ਦੁਨੀਆ ਦੇ ਵਿੱਚ ਇੱਕੋ ਹੀ ਸੱਚ, ਇੱਕੋ ਹੀ ਸੱਤ, ਇੱਕੋ ਹੀ ਪਵਿੱਤਰ, ਇੱਕੋ ਹੀ ਸੁੰਦਰ, ਸਭ ਤੋਂ ਸੁੰਦਰ ਪ੍ਰਭੂ ਨੂੰ ਦਰਸਾਇਆ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸਤ 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 ਪ੍ਰਭ ਸੁਆਮੀ। 3 ਵੇਰ ਸੱਚੇ ਪਾਤਸ਼ਾਹ ਨੇ ਸਤ ਸ਼ਬਦ ਦੀ ਵਰਤੋਂ ਕੀਤੀ ਹੈ। ਇੱਕ ਵੇਰ ਸਤ ਕਹਿਣ ਨਾਲ ਸੱਚਾਈ ਸੱਚ ਹੈ। ਕਿੰਨਾ ਪਿਆਰ ਕਰਦੇ ਹੈ ਪਰਵਰਦਗਾਰ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ। ਸਤ 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 ਪ੍ਰਭ ਸੁਆਮੀ, ਪਰਮੇਸ਼ਰ, ਗੋਡ, ਰੱਬ, ਅੱਲਾ, ਈਸ਼ਵਰ, ਜਿਹੜਾ ਵੀ ਮਰਜ਼ੀ ਨਾਂ ਲੈ ਲਵੋ, ਉਹ ਸੱਤਵ ਹੈ, ਸੱਚਾ ਹੈ। ਜਿਹੜਾ ਕੁਝ ਵੀ ਉਹ ਕਰ ਰਿਹਾ ਹੈ ਆਪਣੀ ਕ੍ਰੀਏਸ਼ਨ ਦੇ ਵਿੱਚ ਸੱਚਾ ਹੀ ਕਰ ਰਿਹਾ ਹੈ। ਇਹਦੇ ਨਾਲੋਂ ਦੁਨੀਆ ਦੇ ਵਿੱਚ ਹੋਰ ਕੁਝ ਸੱਚ ਨਹੀਂ ਹੈ। ਪ੍ਰਭੂ ਦਾ ਨਾਮ ਹੀ ਸੱਚ ਹੈ।
ਸੱਚੇ ਦੀ ਕ੍ਰੀਏਸ਼ਨ ਸੱਚੀ ਹੈ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣ ਦੇ ਲਈ ਮਿਹਰ ਕੀਤੀ ਹੈ, ਗੁਰ ਪ੍ਰਸਾਦ ਕੈਨੇ ਬਖਿਆਨੀ। ਕੌਣ ਲੱਭ ਸਕਦਾ ਹੈ ਇਸ ਸੱਚ ਨੂੰ ਤੇ ਇਸ ਸੱਤ ਨੂੰ। ਦੁਨੀਆ ਤਾਂ ਝੂਠ ਦੇ ਮਗਰ ਲੱਗੀ ਹੋਈ ਹੈ। ਮਾਇਆ ਜਿਹੜੀ ਕਿ ਫੇਕ ਹੈ, ਫਰਾਡ ਹੈ, ਝੂਠੀ ਹੈ, ਉਹਨੇ ਸਾਰੇ ਸੰਸਾਰ ਨੂੰ ਆਪਣੇ ਪਿੱਛੇ ਲਗਾਇਆ ਹੋਇਆ ਹੈ। ਫਿਰ ਉੱਥੇ ਸੱਤ ਕਿਵੇਂ ਬਚ ਸਕਦਾ ਹੈ? ਜੇ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ, ਜਿਹੜਾ ਮਾਇਆ ਦਾ ਮਾਸਟਰ ਹੈ, ਜਿਹਨੇ ਮਾਇਆ ਨੂੰ ਅਪਾਇਆ ਹੈ, ਜੇ ਉਹਦੀ ਗੁਰਪ੍ਰਸਾਦ ਕਿਰਪਾ ਹੋ ਜਾਵੇ ਤਾਂ ਪ੍ਰਭੂ ਦੀ ਸਮਝ ਆ ਸਕਦੀ ਹੈ। ਪ੍ਰਭੂ ਬਾਰੇ ਕੋਈ ਗੱਲ ਕਰਨ ਜੋਗਾ ਹੋ ਸਕਦਾ ਹੈ। ਗੁਰਪ੍ਰਸਾਦ ਕਿਨੇ ਬਖਿਆਨੀ, ਕਿਸੇ ਬਿਰਲੇ ਨੇ ਉਹਦੀ ਕਿਰਪਾ ਦੇ ਨਾਲ ਪ੍ਰਭੂ ਨੂੰ ਜਾਣਿਆ ਹੈ, ਬਖਿਆਨਿਆ ਹੈ। ਅੱਗੇ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸੱਚ 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 ਸਭ ਕੀਨਾ। ਜਿਹਨੇ ਆ ਸਾਰਾ ਕੁਝ ਬਣਾਇਆ ਹੈ, ਕ੍ਰੀਏਟ ਕੀਤਾ ਹੈ, ਜਿਹਨੂੰ ਅਸੀਂ ਹਰ ਰੋਜ਼ ਅੱਖਾਂ ਨਾਲ ਵੇਖਦੇ ਹਾਂ, ਉਹ ਬਣਾਉਣ ਵਾਲਾ ਪ੍ਰਭੂ ਆਪ ਹੀ ਹੈ। ਉਹ ਸੱਚ 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 ਸੱਚਾ ਹੈ। ਬੇਸ਼ੱਕ ਉਹਨੇ ਆਪਣੀ ਲੀਲਾ ਨੂੰ ਦਿਲਚਸਪ ਬਣਾਉਣ ਦੇ ਲਈ ਮਾਇਆ ਨੂੰ ਪੈਦਾ ਕੀਤਾ ਹੈ। ਜਿਵੇਂ ਦੁਨਿਆਵੀ ਅਸੀਂ ਜਹਾਜ਼ ਦੇ ਵਿੱਚ ਬਹਿਦੇ ਹਾਂ, ਸਫ਼ਰ ਕਰਦੇ ਹਾਂ, ਧਰਤੀ ਤੋਂ ਕੋਈ 38,000 ਫੀਟ ਦੀ ਉਚਾਈ ਉੱਤੇ ਜਹਾਜ਼ ਉੱਡਦਾ ਹੈ। ਉਹਦੀ ਐਵਰੇਜ ਰਫ਼ਤਾਰ ਤਕਰੀਬਨ 500-550 ਮੀਲ ਘੰਟੇ ਦੀ ਹੈ। ਹਰ ਕੋਈ ਪ੍ਰਾਣੀ ਥੋੜ੍ਹਾ ਬਹੁਤਾ ਡਰਦਾ ਹੈ ਜਹਾਜ਼ ਦੇ ਸਫ਼ਰ ਤੋਂ, ਸੁਭਾਵਿਕ ਹੈ, ਕਿਉਂਕਿ ਪ੍ਰਾਣੀ ਧਰਤੀ ਉੱਤੇ ਰਹਿਣਾ ਗਿਝਿਆ ਹੋਇਆ ਹੈ। ਜਦੋਂ ਉੱਚਾ ਕੁਝ ਸਮੇਂ ਲਈ ਰਹਿੰਦਾ ਹੈ ਜਹਾਜ਼ ਦੇ ਵਿੱਚ ਤਾਂ ਭੈ ਸੁਭਾਵਿਕ ਹੈ। ਜਹਾਜ਼ਾਂ ਵਾਲੀ ਕੰਪਨੀ ਨੇ, ਐਰੋਪਲੇਨ ਜਿਨ੍ਹਾਂ ਦਾ ਵਪਾਰ ਹੈ, ਉਹਨਾਂ ਨੇ ਸੁਸ਼ੀਲ ਕੁੜੀਆਂ, ਏਅਰ ਹੋਸਟਸ, ਸਲੀਕੇ ਨਾਲ ਗੱਲ ਕਰਨ ਦਾ ਉਹਨਾਂ ਨੂੰ ਤੌਰ ਤਰੀਕਾ ਸਮਝਾਇਆ ਹੋਇਆ ਹੈ, ਜਿਹੜੀਆਂ ਉਹ ਮੁਸਾਫਰਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦੀਆਂ ਹਨ ਕਿ ਉਹਨਾਂ ਨੂੰ ਇਹ ਯਾਦ ਹੀ ਨਾ ਆਵੇ ਕਿ ਉਹ ਇੰਨੀ ਉਚਾਈ ਉੱਤੇ ਸਫ਼ਰ ਕਰ ਰਹੇ ਹਨ। TV ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ, ਫਿਲਮਾਂ ਦਿਖਾਈਆਂ ਜਾਂਦੀਆਂ ਹਨ, ਅਤੇ ਜੇ ਕੋਈ ਕਿਸੇ ਤਰ੍ਹਾਂ ਕਿਸੇ ਪਦਾਰਥ ਦੀ ਮੰਗ ਕਰਦਾ ਹੈ, ਉਹਨੂੰ ਖਾਣ ਦੇ ਲਈ, ਉਹਨੂੰ ਪੀਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਇਹ ਇੱਕ ਛੋਟੇ ਜਿਹੇ ਐਰੋਪਲੇਨ ਦੀ ਗੱਲ ਹੈ, ਜਿਹੜਾ ਤਕਰੀਬਨ 500 ਬੰਦਿਆਂ ਨੂੰ ਚੁੱਕ ਕੇ ਉੱਡਦਾ ਹੈ। ਇੱਥੇ ਆਪਾਂ ਇੱਕ ਧਰਤੀ ਦੀ ਗੱਲ ਕਰਦੇ ਹਾਂ, ਸਾਡੀ ਧਰਤੀ, ਅਰਥ ਜਿਹਨੂੰ ਕਹਿੰਦੇ ਆ, ਜਿਹੜੀ ਤਕਰੀਬਨ 66,000 ਮੀਲ ਘੰਟੇ ਦੀ ਸਪੀਡ ਦੇ ਨਾਲ ਉੜੀ ਫਿਰਦੀ ਹੈ, ਦੌੜਦੀ ਹੈ। ਜਹਾਜ਼ ਲੋਟ ਪੋਟੜੀ ਨਹੀਂ ਖਾਂਦਾ। ਧਰਤੀ 24 ਘੰਟਿਆਂ ਦੇ ਵਿੱਚ ਕੰਪਲੀਟ ਲੋਟ ਪੋਟੜੀ ਖਾ ਜਾਂਦੀ ਹੈ, ਕਿਉਂਕਿ ਇੱਥੇ ਪ੍ਰਭੂ ਨੇ ਮਾਇਆ ਨੂੰ ਏਅਰ ਹੋਸਟਸ ਬਣਾਇਆ ਹੈ। ਜਿਵੇਂ ਜਹਾਜ਼ਾਂ ਦੀ ਕੰਪਨੀ ਨੇ ਸੁਸ਼ੀਲ ਕੁੜੀਆਂ ਨੂੰ ਏਅਰ ਹੋਸਟਸ ਆਓ ਭਗਤ ਦੇ ਲਈ, ਸਲੀਕੇ ਨਾਲ ਗੱਲ ਕਰਨ ਦੇ ਲਈ ਚੁਣਿਆ ਹੈ, ਉਸੇ ਤਰ੍ਹਾਂ ਪ੍ਰਭੂ ਨੇ ਇਸ ਵੱਡੇ ਜਹਾਜ਼ ਨੂੰ, ਇਸ ਧਰਤੀ ਨੂੰ ਭੈ ਰਹਿਤ ਕਰਨ ਲਈ, ਬਰਾਗ ਰਹਿਤ ਕਰਨ ਲਈ ਮਾਇਆ ਨੂੰ ਉਹੀ ਦਰਜਾ ਦਿੱਤਾ ਹੈ ਕਿ ਲੋਕਾਂ ਨੂੰ ਡੁੱਲਣ ਨਾ ਦੇਈ, ਬਰਾਗ 'ਚ ਨਾ ਜਾਣ ਦੇਈ। ਪਰ ਇੰਨਾ ਕੁ ਖਿਆਲ ਰੱਖੀ, ਜਿਹੜੇ ਮੇਰੇ ਪਿਆਰੇ ਹੈ, ਜਿਹੜੇ ਮੇਰਾ ਨਾਮ ਲੈਂਦੇ ਹਨ, ਉਹਨਾਂ ਨੂੰ ਬਖਸ਼ ਦੇਈ।
ਇਹ ਯਕੀਨੀ ਹੁੰਦਾ ਹੈ ਗੁਰੂ ਪਿਆਰਿਓ, ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਦੇ ਵਿੱਚ ਜਾਂਦੇ ਹਾਂ ਜਿੱਥੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਜਾਂ ਮੰਦਰ ਦੇ ਵਿੱਚ ਮੂਰਤੀ ਹੈ, ਜਾਂ ਚਰਚ ਦੇ ਵਿੱਚ ਅਗਲੀਆਂ ਲਾਈਨਾਂ ਹਨ, ਤਾਂ ਉੱਥੇ ਬਿਲਕੁਲ ਚੁੱਪ ਛਾਈ ਹੁੰਦੀ ਹੈ ਅਤੇ ਪਿੱਛੇ ਉਹੀ ਗੱਲਾਂ ਬਾਤਾਂ ਦੁਨੀਆਦਾਰੀ ਦੀਆਂ ਹੁੰਦੀਆਂ ਹਨ। ਕਿਉਂਕਿ ਮਾਇਆ ਜਿਹੜੀ ਇਹ ਪ੍ਰਭੂ ਦਾ ਵਾਅਦਾ ਨਿਭਾ ਰਹੀ ਹੈ ਆਪਣੇ ਤੌਰ ਤਰੀਕੇ ਨਾਲ, ਬੇਸ਼ੱਕ ਭਗਤਾਂ ਨੂੰ ਵੀ ਛਲ ਦੇ ਨਾਲ ਠੱਗਦੀ ਹੈ, ਜਿਹੜਾ ਕਿ ਉਹਦਾ ਇੱਕ ਕਰਤੱਵਯ ਹੈ। ਇੱਥੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਮਾਇਆ ਛਲ ਹੈ, ਕਪਟ ਹੈ, ਝੂਠ ਹੈ, ਫਰੇਬ ਹੈ। ਦੂਜੇ ਪਾਸੇ ਪ੍ਰਭੂ ਪਿਆਰਾ ਸੱਤ ਹੈ, ਸੱਚਾ ਹੈ, ਸੱਚ 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 ਸਭ ਕੀਨਾ। ਜਿਹੜਾ ਉਹਨੇ ਬਣਾਇਆ ਹੈ, ਸਾਨੂੰ ਸਾਰਿਆਂ ਨੂੰ ਸਾਜਿਆ ਹੈ, ਨਵਾਜਿਆ ਹੈ, ਉਹ ਸੱਚਾ ਹੈ, ਸੱਚਾ ਹੈ, ਸੱਚਾ ਹੈ। ਕੋਟ ਬੱਧੇ ਕਿਨੇ ਬਿਰਲਾ ਚੀਨਾ, ਕੋਟ ਬੱਧੇ ਕਿਨੇ ਬਿਰਲਾ ਚੀਨਾ। ਕਰੋੜਾਂ ਅਰਬਾਂ ਬਹੁਤ ਗਿਣਤੀ ਦੇ ਵਿੱਚ ਕੋਈ ਪਿਆਰਾ ਭਗਤ ਮਿਲਦਾ, ਪ੍ਰਭੂ ਦਾ ਪਿਆਰਾ ਭਗਤ, ਜਿਹਨੂੰ ਦੁਨੀਆ ਬਾਰੇ ਬੇਸ਼ੱਕ ਜ਼ਿਆਦਾ ਨਾ ਪਤਾ ਹੋਵੇ, ਉਹਨੂੰ ਮਾਇਆ ਕਮਾਉਣ ਦੇ ਤੌਰ ਤਰੀਕੇ ਨਾ ਆਉਂਦੇ ਹੋਣ, ਅਤੇ ਉਹਨੂੰ ਦੁਨੀਆ ਦੀਆਂ ਮੋਮੋ ਠਗੜੀਆਂ ਗੱਲਾਂ ਕਰਕੇ ਲੋਕਾਂ ਨੂੰ ਨਿਭਾਉਣਾ ਨਾ ਆਉਂਦਾ ਹੋਵੇ, ਪਰ ਉਹਨੂੰ ਆਪਣੀ ਕਿਰਪਾ ਨਾਲ ਦਾਤਾ ਆਪਣੇ ਬਾਰੇ ਗਿਆਨ ਬਖਸ਼ ਦਿੰਦਾ ਹੈ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇੱਕ ਅਨਪੜ੍ਹ ਛੱਜੂ ਨੂੰ 8ਵੇਂ ਪਾਤਸ਼ਾਹ ਪ੍ਰੀਤਮ ਪਿਆਰੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਨੇ ਬਖਸ਼ਿਆ ਸੀ, ਕੀ ਨਹੀਂ ਕਰ ਸਕਦਾ ਪ੍ਰਭੂ। ਸ੍ਰਿਸ਼ਟੀ ਦਾ ਮਾਲਕ, ਗਿਆਨ, ਸਾਰੇ ਗਿਆਨਾਂ ਦਾ ਵਿਧਾਤਾ, ਸਭ ਸਮਝਾ ਸਕਦਾ ਹੈ। ਕਿਸੇ ਬਿਰਲੇ ਬਿਰਲੇ ਨੂੰ ਕਰੋੜਾਂ ਦੇ ਵਿੱਚੋਂ ਕੋਟ ਬੱਧੇ ਕਿਸੇ ਨੂੰ ਅਕਲ ਆ ਜਾਂਦੀ ਹੈ, ਉਹਦੇ ਬਾਰੇ ਸਮਝ ਆ ਜਾਂਦੀ ਹੈ, ਉਹਦੇ ਪਸਾਰ ਬਾਰੇ। ਅੱਗੇ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਗੁਰੂ ਪਿਆਰਿਓ, ਭਲਾ 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 ਤੇਰਾ ਰੂਪ, ਸੁੰਦਰ ਸੋਹਣਾ ਪਿਆਰਾ ਸੁਆਮੀ ਤੇਰਾ ਰੂਪ ਹੈ। ਅਸੀਂ ਆਮ ਤੌਰ 'ਤੇ ਕਿਸੇ ਸੋਹਣੇ ਸੁਨੱਖੇ ਮੁੰਡੇ ਨੂੰ ਦੇਖ ਲਈਏ ਤਾਂ ਅਸੀਂ ਕਹਿੰਦੇ ਹਾਂ ਹਾਊ ਹੈਂਡਸਮ। ਜੇ ਕਿਸੇ ਸੋਹਣੀ ਸੁਨੱਖੀ ਕੁੜੀ ਨੂੰ ਤੱਕ ਲਈਏ ਤਾਂ ਅਸੀਂ ਸਹਿਜ ਹੀ ਕਹਿ ਦਿੰਦੇ ਹਾਂ ਬਿਊਟੀਫੁਲ। ਜਾਂ ਪਹਾੜੀਆਂ ਨੂੰ ਦੇਖ ਲੈਂਦੇ ਹਾਂ, ਝਰਨਿਆਂ ਨੂੰ ਦੇਖ ਲੈਂਦੇ ਹਾਂ, ਉੱਚੇ ਉੱਚੇ ਦਰੱਖਤਾਂ ਨੂੰ, ਆਕਾਸ਼ ਛੋਹਦਿਆਂ ਨੂੰ ਤੱਕਦੇ ਕਹਿੰਦੇ ਹਾਂ ਹਾਊ ਵੰਡਰਫੁਲ, ਹਾਊ ਬਿਊਟੀਫੁਲ। ਸਮੁੰਦਰ ਦੇ ਵਿੱਚ ਵੱਖਰੇ ਵੱਖਰੇ ਰੰਗਾਂ ਦੀਆਂ ਮੱਛੀਆਂ, ਵੱਡੀਆਂ ਅਤੇ ਛੋਟੀਆਂ, ਪਿਆਰੀਆਂ, ਨੰ੍ਹੀਆਂ, ਆਪਣੀ ਮਾਂ ਦੇ ਪਿੱਛੇ ਦੌੜਦੀਆਂ ਭੱਜਦੀਆਂ, ਭੋਜਨ ਦੀ ਤਲਾਸ਼ ਕਰਦੀਆਂ, ਬਹੁਤ ਹੀ ਸੁੰਦਰ ਨੇ। ਸੱਚੇ ਪਾਤਸ਼ਾਹ ਨੇ ਤਾਰੇ ਸਿਤਾਰੇ, ਸੂਰਜ ਚੰਦ ਕਿੰਨੇ ਸੋਹਣੇ ਬਣਾਏ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਆ ਕਿ ਸੋਹਣਿਆਂ ਦਾ ਕਰਤਾ, ਸੁੰਦਰਤਾ ਨੂੰ ਬਣਾਉਣ ਵਾਲਾ ਦਾਤਾ ਕਿੰਨਾ ਸੋਹਣਾ ਹੋਵੇਗਾ, ਕਿੰਨਾ ਸਰੂਪ ਉਹਦਾ ਸੁਨੱਖਾ ਹੋਵੇਗਾ। ਪਿਆਰੇ ਦਾ ਰੂਪ, ਸੁੰਦਰਤਾ ਨੂੰ ਘੜਨ ਵਾਲੇ ਦਾ ਅੰਦਾਜ਼ਾ ਕੋਈ ਲਗਾ ਨਹੀਂ ਸਕਦਾ। ਬਿਰਲੇ ਬਿਰਲੇ ਨੂੰ ਪਤਾ ਹੈ ਕਿ ਮੇਰਾ ਪਿਆਰਾ ਕਿੰਨਾ ਸੋਹਣਾ ਹੈ। ਅਤ ਸੁੰਦਰ ਅਪਾਰ ਅਨੂਪ, ਪਰਮ ਖੂਬਸੂਰਤ ਤੇਰਾ ਸਰੂਪ ਹੈ, ਬੇਮਿਸਾਲ, ਲਿਮਟ ਤੋਂ ਬਾਹਰ, ਕਿਸੇ ਨਾਲ ਮੁਕਾਬਲਾ ਵੀ ਨਹੀਂ ਕੀਤਾ ਜਾ ਸਕਦਾ। ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ
ਕਿ ਆਹ ਸਾਡੇ ਪਰਿਵਾਰ ਦਾ ਜੀ ਦਾ ਬੜੰਗਾ ਫਲਾਣੇ ਨਾਲ ਮਿਲਦਾ ਹੈ, ਜਾਂ ਮੈਂ ਬਾਜ਼ਾਰ ਦੇ ਵਿੱਚ ਕਿਸੇ ਨੂੰ ਤੱਕਿਆ, ਸਾਡੀ ਕੁੜੀ ਨਾਲ ਕੁੜੀ ਦੀ ਸ਼ਕਲ ਬਿਲਕੁਲ ਮਿਲਦੀ ਸੀ, ਪਰ ਇੱਥੇ ਪ੍ਰਭੂ ਪਿਆਰੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਨਿਰਮਲ 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 ਤੇਰੀ ਬਾਣੀ, ਸ਼ਾਂਤ ਪਵਿੱਤਰ ਪਵਿੱਤਰ ਤੇਰੀ ਗੁਰਬਾਣੀ ਹੈ, ਜਿਹੜੀ ਤੈਂ ਬਖਸ਼ੀ ਹੈ। ਨਾਨਕ ਨੂੰ ਤੈਂ ਬਾਣੀ ਦਿੱਤੀ ਹੈ, ਗੁਰੂ ਸਾਹਿਬਾਨ ਉੱਤੇ ਬਖਸ਼ਿਸ਼ ਕੀਤੀ ਹੈ। ਸਾਰਿਆਂ ਨੇ ਤੇਰਾ ਅੰਮ੍ਰਿਤ ਦਾ ਗੀਤ ਗਾਇਆ। ਤੇਰੀ ਬਾਣੀ ਹੈ ਪ੍ਰਭੂ, ਧੁਰ ਕੀ ਬਾਣੀ। ਤੇਰੀ ਬਾਣੀ ਨਿਰਮਲ 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 ਹੈ। ਘੱਟ ਘੱਟ ਸੁਣੀ ਸਰਬਨ ਬਖਾਣੀ। ਜਿਹੜਾ ਇਹਨੂੰ ਸੁਣਦਾ ਆਚਾਰਦਾ ਹੈ, ਪਵਿੱਤਰ 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 ਪਨੀਤ, ਉਹ ਪਾਵਨ 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 ਹੋ ਜਾਂਦਾ ਹੈ। ਜਿਹੜਾ ਘੱਟ ਘੱਟ ਸੁਣੀ ਸਰਬਣੀ ਬਖਾਣੀ, ਜਿਹੜਾ ਕਹਿੰਦਾ ਅਤੇ ਜਿਹੜਾ ਸੁਣਦਾ, ਜਿਹਦੇ ਕੰਨ ਸੁਣਦੇ ਹਨ, ਜੀਭ ਰਸਨਾ ਬੋਲਦੀ ਹੈ, ਉਹ ਪਵਿੱਤਰ ਪਵਿੱਤਰ ਹੋ ਜਾਂਦਾ ਹੈ। ਨਾਮ ਜਪੇ ਨਾਨਕ ਮਨ ਪ੍ਰੀਤ। ਪ੍ਰੇਮ ਨਾਲ, ਦਿਲ ਦੇ ਨਾਲ ਜਿਹੜਾ ਉਹਦਾ ਉਚਾਰਨ ਕਰਦਾ ਹੈ, ਹੇ ਨਾਨਕ, ਜਿਹੜਾ ਮਨੋਂ ਅੰਦਰੋਂ ਅੰਤਰੀਵ ਭਾਵਨਾ ਦੇ ਨਾਲ ਉਹਨੂੰ ਜਪਦਾ ਹੈ, ਉਹਦੇ ਉੱਤੇ ਅਪਾਰ ਕਿਰਪਾ ਸੱਚੇ ਪਾਤਸ਼ਾਹ ਦੀ ਹੋ ਜਾਂਦੀ ਹੈ, ਅਤੇ ਉਹਦੇ ਕੰਨ ਵੀ ਅਤੇ ਉਹਦੀ ਜ਼ੁਬਾਨ ਵੀ ਪਵਿੱਤਰ ਪਵਿੱਤਰ ਹੋ ਜਾਂਦੀ ਹੈ। ਗੁਰੂ ਪਿਆਰਿਓ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ ਕਿ ਉਹ ਸੱਚਾ, ਸੋਹਣਾ, ਸੁਨੱਖਾ, ਸੁੰਦਰ ਹੈ। ਕਿਹਦਾ ਉਹਦੇ ਨਾਲ ਪਿਆਰ ਨਹੀਂ ਹੋਵੇਗਾ। ਦੁਨੀਆ ਲੱਭਦੀ ਫਿਰਦੀ ਆ ਆਪਣੇ ਆਪਣੇ ਪਿਆਰੇ ਨੂੰ। ਗੁਰੂ ਸਾਹਿਬਾਨ ਨੇ ਤੱਕ ਲਿਆ, ਗੁਰੂ ਸਾਹਿਬਾਨ ਨੂੰ ਸਮਝ ਆ ਗਈ ਕਿ ਇੱਦੋਂ ਸੁੰਦਰ ਹੋਰ ਕੋਈ ਹੋ ਹੀ ਨਹੀਂ ਸਕਦਾ। ਸਾਨੂੰ ਆਪਣੀ ਦੇਖੀ ਹੋਈ, ਪਰਖੀ ਹੋਈ, ਪਵਿੱਤਰ ਤੇ ਪ੍ਰੇਮ ਭਰੀ ਕਹਾਣੀ ਆਪ ਬੀਤੀ ਪ੍ਰਭੂ ਦੇ ਨਾਲ ਸੱਚੇ ਪਾਤਸ਼ਾਹ ਸਮਝਾ ਰਹੇ ਹਨ ਕਿ ਭਲਿਆ ਇਨਸਾਨਾਂ, ਛੱਡ ਦੇ ਝਮੇਲਿਆਂ ਨੂੰ, ਇੱਦੋਂ ਸੋਹਣਾ ਕੋਈ ਤੈਨੂੰ ਮਿਲਣਾ ਨਹੀਂ। ਇੱਕ ਮਿਸਾਲ ਛੋਟੀ ਜਿਹੀ ਆਪਾਂ ਦੇ ਦਈਏ। ਸਾਡੇ ਭਾਰਤ ਦੇ ਵਿੱਚ ਇਹ ਰਿਵਾਜ ਹੁਣ ਤੱਕ ਰਿਹਾ, ਹੁਣ ਵੀ ਹੈ, ਹੁਣ ਥੋੜ੍ਹਾ ਜਿਹਾ ਬਦਲ ਗਿਆ। ਕੁੜੀ ਵਾਲੇ ਮੁੰਡਾ ਦੇਖਣ ਜਾਂਦੇ ਆ, ਬੜੇ ਜੱਜਮੈਂਟ ਵਾਲੇ ਬੰਦੇ ਚੁਣੇ ਜਾਂਦੇ ਆ। ਪਹਿਲਾਂ ਤਜਰਬੇਕਾਰ ਪਿੰਡ ਦੇ ਹੁੰਦੇ ਸੀ, ਜਿਹੜੇ ਮਾਂ ਪਿਓ ਨੂੰ ਮੁੰਡਾ ਲੱਭ ਕੇ ਦਿੰਦੇ ਸੀ ਕੁੜੀ ਦਾ ਬਾਹਰ। ਪਰ ਅੱਜ ਕੱਲ੍ਹ ਮਾਂ ਪਿਓ ਆਪ ਹੀ ਦੇਖਦੇ ਹਨ, ਅਤੇ ਅੱਜ ਕੱਲ੍ਹ ਕੁੜੀਆਂ ਵੈਸੇ ਆਪ ਦੇਖਣ ਦੇ ਲਈ ਸਮਰੱਥ ਹਨ, ਪੜ੍ਹੀਆਂ ਲਿਖੀਆਂ ਹਨ। ਇੱਥੇ ਆਪਾਂ ਇੰਨੀ ਕੁ ਗੱਲ ਕਰਨੀ ਆ ਕਿ ਬਾਹਰ, ਕਿਉਂਕਿ ਆਪਾਂ ਸਾਰੇ ਹੀ ਔਰਤਾਂ ਫੀਮੇਲ ਹਾਂ, ਇੱਕ ਹੀ ਮਰਦ ਹੈ, ਉਹ ਪ੍ਰਭੂ ਆਪ ਹੈ। ਬਾਕੀ ਸਾਰੀਆਂ ਸਗਲੀ ਨਾਰਾਂ ਹਨ। ਇਹ ਗੁਰਬਾਣੀ ਦਾ ਫਰਮਾਨ ਹੈ। ਜਦੋਂ ਧੀ ਦਾ ਬਾਬਲ ਬਰ ਲੱਭਣ ਜਾਂਦਾ ਹੈ ਤਾਂ ਉਹ ਦੇਖਦਾ ਕਿ ਮੁੰਡਾ ਸੋਹਣਾ, ਸੱਚ ਬੋਲਦਾ, ਕੋਈ ਫਰਾਡ ਤਾਂ ਨਹੀਂ ਕਰਦਾ, ਲੰਬਾ ਉੱਚਾ, ਸੁਣਦਾ ਠੀਕ ਹੈ, ਅੱਖਾਂ ਦੀ ਨਜ਼ਰ ਠੀਕ ਹੈ। that is very possible
ਕਿ ਉਹਨੇ ਆਪਣੀ ਜੱਜਮੈਂਟ ਨਾਲ ਸਾਰਾ ਕੁਝ ਪਰਖਦਾ ਹੈ। ਲਿਮਟ ਸਮੇਂ ਦੇ ਵਿੱਚ ਉਹਨੇ ਆਪਣੀ ਰਿਪੋਰਟ ਤਿਆਰ ਕਰਨੀ ਹੈ ਕਿ ਮੇਰੀ ਧੀ ਦੇ ਲਈ ਜੀਵਨ ਸਾਥੀ ਪੂਰਨ ਯੋਗ ਹੈ। ਅਸੀਂ ਸਾਰੇ ਹੀ ਕਿਉਂਕਿ ਇਸਤਰੀਆਂ ਔਰਤਾਂ ਦਾ ਰੂਪ ਹਾਂ, ਬੇਸ਼ੱਕ ਦਰਿਆਵੀ ਕਿਰਿਆ ਦੇ ਮੁਤਾਬਕ ਰੀਪਰੋਡਕਸ਼ਨ ਸਿਸਟਮ ਦੇ ਲਈ ਪ੍ਰਭੂ ਨੇ ਸਾਨੂੰ ਮੇਲ ਅਤੇ ਫੀਮੇਲ ਬਣਾਇਆ ਹੈ, ਪਰ ਗੁਰਬਾਣੀ ਦੇ ਮੁਤਾਬਕ ਓਨਲੀ ਵਨ ਪੁਰਖ, ਬਾਕੀ ਸਾਰੀਆਂ ਔਰਤਾਂ। ਜਦੋਂ ਉਹਨੂੰ ਇਹ ਪਿਤਾ ਨੂੰ ਪਤਾ ਚੱਲ ਜਾਂਦਾ ਹੈ ਕਿ ਠੀਕ ਹੈ, ਉਹ ਰਿਸ਼ਤਾ ਕਰ ਦਿੰਦਾ ਹੈ। ਇਸੇ ਤਰ੍ਹਾਂ ਸਾਡਾ ਜਿਹੜਾ ਵਰਵ ਹੈ, ਗੁਰੂ ਨਾਨਕ ਸਾਹਿਬ ਨੇ ਉਹਨੂੰ ਪਤੀ ਪਰਮੇਸ਼ਰ ਦਾ ਨਾਂ ਦਿੱਤਾ ਹੈ ਅਤੇ ਜੀਵ ਆਤਮਾ ਨੂੰ ਵਹੁਟੀ ਦਾ ਨਾਂ ਦਿੱਤਾ ਹੈ। ਅਸੀਂ ਏਦੋਂ ਸੋਹਣਾ, ਏਦੋਂ ਸੁਨੱਖਾ, ਹਰ ਪਾਸਿਓਂ ਪੂਰਨ ਪਰਫੈਕਟ ਪ੍ਰਭੂ ਵਰਗਾ ਵਰ ਕਿੱਥੋਂ ਲੱਭ ਸਕਦੇ ਹਾਂ? ਕਿਹਦਾ ਮਨ ਨਹੀਂ ਡੁੱਲਦਾ ਇਸ ਤਰ੍ਹਾਂ ਦੇ ਪਤੀ ਦੇ ਲਈ, ਇਸ ਤਰ੍ਹਾਂ ਦੇ ਪਰਮੇਸ਼ਰ ਦੇ ਲਈ? ਇਹੀ ਜਿਹੜੀ ਗੁੱਝੀ, ਸੀਕਰਟ, ਸੋਹਣੀ ਦਾਸਤਾਨ ਪਿਆਰੇ ਪਰਮੇਸ਼ਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਹਨ। ਗੁਰੂ ਪਿਆਰਿਓ, ਇੱਕ ਵਾਰੀ ਆਪਾਂ ਇਸੇ ਪਦ ਨੂੰ 12ਵੀਂ ਅਸ਼ਟਪਦੀ ਦਾ 8ਵਾਂ ਪਦ ਵਾ ਜਿਹੜਾ, ਉਹਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸਤ 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 ਪ੍ਰਭ ਸੁਆਮੀ, ਟਰੂ 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 ਇਜ਼ ਦਾ Lord ਮਾਸਟਰ, ਮਾਈ ਮਾਸਟਰ, ਮਾਈ ਹਸਬੈਂਡ, ਮੇਰਾ ਪਤੀ ਪਰਮੇਸ਼ਰ। ਗੁਰ ਪ੍ਰਸਾਦ ਕਿਨੇ ਬਖਿਆਨੀ, ਬਾਈ ਗੁਰੂਜ਼ ਫੇਵਰ, ਬਾਈ ਗੁਰੂਜ਼ ਗ੍ਰੇਸ, ਬਾਈ ਗੁਰੂਜ਼ ਮਰਸੀ, some rare person describes him. He gives the grace to very few dedicated, loyal servants of him. How he is such, such, such sab कीना, true, true, true is he who has created all. ਕੋਟ ਬਦੇ ਕੈਨੇ ਵਿਰਲਾ ਚੀਨਾ, out of millions, scarcely anyone knows him. Quantity is always more, quality is always less. 1.25 लाख से एक लड़ाऊं। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਨੇ ਸੱਚ ਕਰਕੇ ਵਿਖਾ ਦਿੱਤਾ ਕਿ ਕੁਆਲਿਟੀ ਮੇਕਸ ਡਿਫਰੈਂਸ, ਕੁਆਂਟਿਟੀ ਇਜ਼ ਇਨ ਦ ਪਾਇਲਸ, ਟਰੂ 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 ਇਜ਼ ਹੀ who has created all. Out of millions, scarcely anyone knows him. ਭਲਾ 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 ਤੇਰਾ ਰੂਪ, beautiful, beautiful, beautiful is thine form, O my Lord. ਅਤ ਸੁੰਦਰ ਅਪਾਰ ਅਨੂਪ, so beautiful, so beautiful. You are exceedingly beautiful, limitless and incomparable. ਨਿਰਮਲ 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 ਤੇਰੀ ਬਾਣੀ, pure 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 is thy ਗੁਰਬਾਣੀ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ mentioned God's ਬਾਣੀ, ਧੁਰਕੀ ਬਾਣੀ is so patient, it can remove all the burning pains of Maya. ਘਟ ਘਟ ਸੁਣੀ ਸਰਬਨ ਬਖਾਣੀ। Everyone who repeats the body and hears it with his ears becomes pure, pure, pure. ਨਾਨਕ ਜਪੇ
ਨਾਮ ਜਪੇ ਨਾਨਕ ਮਨ ਪ੍ਰੀਤ, ਵਿਦ ਹਾਰਟੀ ਲਵ ਨਾਨਕ ਰਿਪੀਟਸ ਦਾ ਨੇਮ। ਸੱਚੇ ਪਾਤਸ਼ਾਹ ਨੇ ਸਾਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਇਹਦਾ ਟਰਾਂਸਲੇਸ਼ਨ ਕੀਤਾ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਿਊਟੀਫੁੱਲ ਲਫ਼ਜ਼ ਹੈ ਜਿਹੜਾ ਬੜਾ ਛੋਟਾ ਹੈ। ਸੱਚੇ ਪਾਤਸ਼ਾਹ ਨੇ ਸੱਤ 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 ਪ੍ਰਭੂ ਪਿਆਰੇ ਦੀ ਸਿਫਤ ਕੀਤੀ ਜਾ ਹੀ ਨਹੀਂ ਸਕਦੀ। ਬੰਦਾ ਬੜਾ ਛੋਟਾ ਹੈ, ਉਹਦੇ ਗੁਣ ਗਾ ਨਹੀਂ ਸਕਦਾ। ਕੌਣ ਗੀਤ ਗਾ ਸਕਦਾ ਉਹਦਾ? ਅਸੀਂ ਗੀਤ ਹੈ ਜਿਹੜਾ ਉਹਨੂੰ ਬਕਾਊ ਬਣਾ ਲਿਆ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਗੀਤ ਕੋਈ ਗਾਉਣਾ ਹੀ ਨਹੀਂ ਚਾਹੁੰਦਾ। ਡਰਦਾ ਹੈ ਕਿ ਮੇਰੀ ਆਵਾਜ਼ ਚੰਗੀ ਨਹੀਂ, ਲੋਕ ਹੱਸਣਗੇ, ਲੋਕ ਕੀ ਕਹਿਣਗੇ ਕਿ ਮੈਂ ਕਿੰਨਾ ਬੇਸੁਰਾ ਹਾਂ। ਲੋਕ ਲੁੱਕ ਕੇ ਗਾਉਂਦੇ ਹਨ, ਲੁੱਕ ਕੇ ਤਾਲਿਆਂ ਦੇ ਨਾਲ ਆਪਣੇ ਗੀਤ ਗਾਉਂਦੇ ਹਨ ਅਤੇ ਸਿਰਫ ਆਪਣੇ ਆਪ ਨੂੰ ਸੁਣਾਉਂਦੇ ਹਨ। ਕੋਈ ਇਸ਼ਨਾਨ ਘਰ ਦੇ ਵਿੱਚ ਹੌਲੀ ਹੌਲੀ ਗਾਉਂਦਾ ਹੈ, ਕੋਈ ਇਕੱਲਾ ਗਾਉਂਦਾ ਹੈ। ਉਹ ਗੀਤ ਜਿਹੜਾ ਬਕਾਊ ਬਣ ਚੁੱਕਿਆ, ਜਿਹਨੂੰ ਸਿਰਫ ਪੈਸੇ ਲਈ ਗਾਇਆ ਜਾਂਦਾ ਹੈ, ਉਹ ਪ੍ਰਭੂ ਦਾ ਗੀਤ ਨਹੀਂ ਹੋ ਸਕਦਾ। ਸੱਤ 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 ਪ੍ਰਭੂ ਦਾ ਗੀਤ ਭਰਿਆ ਹੋਇਆ ਹੀ ਗਾ ਸਕਦਾ ਹੈ। ਖਾਲੀ ਪ੍ਰਾਣੀ ਉਹਦਾ ਗੀਤ ਨਹੀਂ ਗਾ ਸਕਦਾ। ਅੱਜ ਦੀ ਦੁਨੀਆ ਦੇ ਵਿੱਚ ਸਾਰਾ ਕੁਝ ਪੈਸਾ ਹੀ ਬਣ ਕੇ ਰਹਿ ਗਿਆ ਅਤੇ ਉਹਦਾ ਗੀਤ ਵੀ ਖਾਲੀ ਹੀ ਗਾਉਂਦੇ ਹਨ। ਪ੍ਰਭੂ ਪਿਆਰੇ ਦਾ ਭਰੇ ਹੋਏ ਦਾ ਗੀਤ ਭਰਿਆ ਹੋਇਆ ਹੀ ਗਾ ਸਕਦਾ ਹੈ ਉਹਦੀ ਬਖਸ਼ਿਸ਼ ਦੇ ਨਾਲ। ਪਰ ਸੱਚੇ ਪਾਤਸ਼ਾਹ ਕਿਸੇ ਕਿਸੇ ਉੱਤੇ ਮਿਹਰ ਕਰਦੇ ਹਨ। ਸੱਚ ਸੱਚ, ਸੱਚਾ ਸੱਚਾ ਸੱਚਾ, ਟਰੁੱਥ ਵਾਲਾ ਕੌਣ ਲੱਭਦਾ? ਇਸ ਜ਼ਮਾਨੇ ਦੇ ਵਿੱਚ, ਭੱਜ ਨੱਠ ਦੀ ਦੁਨੀਆ ਦੇ ਵਿੱਚ ਸੋਹਣਾ ਸੱਚਾ ਲੱਭਣਾ ਹੀ ਔਖਾ ਹੈ। ਖਾਸ ਕਰਕੇ ਜਿਹਨੇ ਸ੍ਰਿਸ਼ਟੀ ਸਾਜੀ ਹੈ। ਜੇ ਕੋਈ ਲੱਭਦਾ ਹੈ ਤਾਂ ਹੋਰ ਕਿਤੇ ਲੱਭਦਾ ਹੈ ਜਿੱਥੇ ਉਹ ਹੈ ਹੀ ਨਹੀਂ। ਜਿੱਥੇ ਉਹ ਬੈਠਾ ਹੈ ਉੱਥੇ ਉਹ ਦੇਖਦਾ ਹੀ ਨਹੀਂ। ਸਾਰਾ ਕੁਝ ਬਣਾਉਣ ਵਾਲਾ ਜਦੋਂ ਸਾਡੇ ਲਈ ਖੋ ਜਾਂਦਾ ਹੈ, ਗਵਾਚ ਜਾਂਦਾ ਹੈ, ਤਾਂ ਅਸੀਂ ਇਹਨੂੰ ਆਪਣੀ ਚਤੁਰਾਈ ਸਮਝੀਏ ਜਾਂ ਸੱਚਮੁੱਚ ਕਿ ਉਹ ਗਵਾਚ ਗਿਆ। ਸਾਡੇ ਵਿੱਚ ਬੋਲਣ ਵਾਲਾ, ਸਾਡੇ ਵਿੱਚ ਆਪਣੇ ਆਪ ਨੂੰ ਜਗਾਉਣ ਵਾਲਾ ਉਹ ਆਪ ਹੀ ਬੈਠਾ ਹੈ। ਪਰ ਇਹ ਸਮਝ ਕਿਸੇ ਕਿਸੇ ਨੂੰ ਉਹ ਸਮਝਾਉਂਦਾ ਹੈ। ਸਾਰੀਆਂ ਥਾਵਾਂ ਉੱਤੇ ਕੋਈ ਬਿਰਲਾ ਬਿਰਲਾ, ਟਾਵਾਂ ਟਾਵਾਂ ਉਹਨੂੰ ਲੱਭ ਕੇ ਬੈਠਾ ਹੈ ਜਿਹੜਾ ਉਹਨੂੰ ਲੱਭਣ ਦੀ ਡੰਡ ਨਹੀਂ ਪਾਉਂਦਾ। ਕਾਹਦੇ ਲਈ? ਕਾਹਦੇ ਲਈ ਲੋਕਾਂ ਨੂੰ ਦੱਸੇਗਾ ਕਿ ਮੈਨੂੰ ਚੰਗਾ ਕਹਿਣ, ਕਿ ਮੈਨੂੰ ਪ੍ਰਭੂ ਮਿਲ ਗਿਆ, ਮੈਂ ਪ੍ਰਭੂ ਨੂੰ ਲੱਭ ਲਿਆ। ਉਹ ਜਾਣਦਾ ਹੈ ਕਿ ਪ੍ਰਭੂ ਬਹੁਤ ਵੱਡਾ ਹੈ, ਸਾਰਿਆਂ ਤੋਂ ਵੱਡਾ। ਵੱਡੇ ਨੂੰ ਕੌਣ ਲੱਭ ਸਕਦਾ ਹੈ? ਕਿਹਦੇ ਵਿੱਚ ਇੰਨੀ ਅਕਲ ਹੈ ਕਿ ਉਹਨੂੰ ਖੋਜ ਲਵੇ? ਹਾਂ, ਉਹਦਾ ਆਪਣਾ ਤਜਰਬਾ ਇਹ ਹੈ ਕਿ ਮੇਰੇ ਉੱਤੇ ਉਹਨੇ ਕਿਰਪਾ ਕੀਤੀ ਹੈ, ਮੈਨੂੰ ਆਪਣੀ ਕਿਰਪਾ ਦੇ ਨਾਲ ਉਹਨੇ ਲੱਭ ਲਿਆ ਹੈ, ਮੈਨੂੰ ਕੱਢ ਲਿਆ ਹੈ ਮਾਇਆ ਦੇ ਵੱਡੇ ਵੱਡੇ ਸੰਗਲਾਂ 'ਚ ਰੂੜੇ ਹੋਏ ਨੂੰ। ਗੁਰੂ ਪਿਆਰਿਓ, ਭਲਾ ਅਸੀਂ ਕਹਿੰਦੇ ਹਾਂ ਕਿ ਬੜਾ ਭਲਾ ਕੰਮ ਕੀਤਾ ਫਲਾਣੇ ਨੇ,
ਸੋਹਣਾ ਕੰਮ ਕੀਤਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੁਨੀਆ ਦੀ ਤਮਾਮ ਸੁੰਦਰਤਾ ਨੂੰ ਪ੍ਰਭੂ ਦੇ ਨਾਲ ਕੰਪੇਅਰ ਕਰਦੇ ਹੋਏ ਸਮਝਾਉਂਦੇ ਹਨ ਕਿ ਇਹ ਤੁੱਛ ਹੈ, ਉਹਦੇ ਨੇੜੇ ਤੇੜੇ ਵੀ ਨਹੀਂ ਢੁਕਦੀ। ਜਿੰਨਾ ਪ੍ਰਭੂ ਸੋਹਣਾ ਹੈ, ਜਿੰਨਾ ਪ੍ਰਭੂ ਸੁੰਦਰ ਹੈ, ਉਹਦੇ ਵਰਗੀ ਕੋਈ ਹੋਰ ਵਸਤੂ ਹੈ ਹੀ ਨਹੀਂ। ਉਹਦਾ ਰੂਪ ਅਪਾਰ ਹੈ, ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਮੇਰੇ ਪ੍ਰੀਤਮ ਪਿਆਰੇ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹਦੀ ਸੁੰਦਰਤਾ ਕਿਤੇ ਹੋਰ ਨਹੀਂ ਲੱਭੀ ਜਾ ਸਕਦੀ। ਉਹਦਾ ਗੀਤ ਨਿਰਮਲ ਗੀਤ, ਪਵਿੱਤਰ ਗੀਤ, ਉਹਨੇ ਆਪ ਭੇਜੀ ਹੋਈ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੀ ਸਿਫਤ ਸਲਾਹ ਅਤ ਨਿਰਮਲ ਹੈ, ਸ਼ਾਂਤ ਕਰਨ ਵਾਲੀ ਹਿਰਦੇ ਨੂੰ। ਜਿਹੜਾ ਪੜ੍ਹਦਾ, ਜਿਹੜਾ ਸੁਣਦਾ, ਉਹ ਪੂਰੇ ਦਾ ਪੂਰਾ ਪਵਿੱਤਰ ਹੋ ਜਾਂਦਾ ਹੈ। ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਆਪਣੀ ਪ੍ਰੀਤ ਨਾਲ ਉਹਨੂੰ ਜਪਦਾ ਹੈ, ਉਹ ਪਵਿੱਤਰਾਂ ਤੋਂ ਪਵਿੱਤਰ, ਪਾਵਨ ਪਾਵਨ, ਸ਼ਾਂਤ ਸਾਹਿਤ ਦੀ ਅਵਸਥਾ ਦੇ ਵਿੱਚ ਆਨੰਦ ਪ੍ਰਾਪਤ ਕਰ ਲੈਂਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਪਦ ਦੇ ਵਿੱਚ ਪ੍ਰਭੂ ਦਾ ਕਰੈਕਟਰ ਹੈ ਜਿਹੜਾ, ਉਹਦੀ ਪਰਸਨੈਲਿਟੀ ਹੈ ਜਿਹੜੀ, ਉਹ ਵਰਣਨ ਕੀਤਾ ਹੈ ਕਿ ਜੇ ਦੁਨੀਆ ਦੇ ਵਿੱਚ ਆਹ ਸ੍ਰਿਸ਼ਟੀਆਂ ਨੂੰ ਬਣਾਉਣ ਵਾਲਾ, ਜਿਹਨੇ ਸੁੰਦਰਤਾ ਨੂੰ ਬਣਾਇਆ ਹੈ, ਅਕਲ ਨੂੰ ਬਣਾਇਆ ਹੈ, ਭਲਾ ਸੱਚ ਪੈਦਾ ਕੀਤਾ ਹੈ, ਉਹਦੇ ਨਾਲੋਂ ਹੋਰ ਕੌਣ ਅਕਲਮੰਦ ਹੋ ਸਕਦਾ ਹੈ ਜਿਹੜਾ ਫਿਲਾਸਫਰਾਂ ਨੂੰ ਪੈਦਾ ਕਰਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਦੀ ਤਸਵੀਰ ਖਿੱਚੀ ਹੈ ਜਿਹੜੀ ਤਜਰਬੇ ਦੇ ਆਧਾਰ 'ਤੇ ਉਹਨਾਂ ਨੇ ਆਪਣੀ ਹੰਢਾਈ ਹੋਈ, ਆਪਣੇ ਨਾਲ ਪ੍ਰਭੂ ਦਾ ਮਿਲਾਪ ਸਾਨੂੰ ਦਰਸਾਇਆ ਹੈ। ਗੁਰੂ ਸਾਹਿਬਾਨ ਭਗਤ ਜਿਨ੍ਹਾਂ ਨੇ ਨਾਮ ਜਪਿਆ, ਉਹਦਾ ਪ੍ਰਭੂ ਪਿਆਰੇ ਨੇ ਆਪਣਾ ਰੂਪ ਹੀ ਉਹਨਾਂ ਨੂੰ ਦੇ ਦਿੱਤਾ। ਇੰਨਾ ਡੁੱਲਦਾ ਸੁਆਮੀ ਪ੍ਰੀਤਮ ਪਿਆਰਾ, ਜਿਹਨੂੰ ਅਸੀਂ ਗੋਡ ਕਹਿ ਦਿੰਦੇ ਹਾਂ, ਰੱਬ ਕਹਿ ਦਿੰਦੇ ਹਾਂ, ਵਾਹਿਗੁਰੂ ਕਹਿ ਦਿੰਦੇ ਹਾਂ, ਕਿ ਜਦੋਂ ਉਹ ਡੁੱਲ ਪੈਂਦਾ ਆਪਣਾ ਨਾਮ ਜਪਣ ਵਾਲੇ ਉੱਤੇ, ਆਪਣਾ ਗੀਤ ਗਾਉਣ ਵਾਲੇ ਉੱਤੇ, ਫਿਰ ਦੁਨੀਆ ਦੇ ਵਿੱਚ ਲੋਕ ਆ ਜਿਹੜੇ ਬਖਸ਼ਿਸ਼ ਦਿੰਦੇ ਆ ਗੀਤ ਗਾਉਣ ਵਾਲੇ ਨੂੰ। ਜਿੰਨੇ ਤਮਾਮ ਸਿੰਗਰ ਨੇ ਜਦੋਂ ਦੁਨਿਆਵੀ ਗੀਤ ਗਾਉਂਦੇ ਆ ਤਾਂ ਲੋਕ ਆਮ ਤੌਰ 'ਤੇ ਬਖਸ਼ਿਸ਼ ਦਿੰਦੇ ਹਨ, ਪੈਸੇ ਮਾਰਦੇ ਹਨ ਉਹਨਾਂ ਦੇ ਉੱਤੇ 'ਚ ਹੀ। ਇਹ ਇੱਕ ਰੋਜੀ ਰੋਟੀ ਦਾ ਸਵਾਲ ਹੈ। ਪਰ ਜਦੋਂ ਪ੍ਰਭੂ ਆਪਣਾ ਗੀਤ ਸੁਣ ਕੇ ਪ੍ਰਸੰਨ ਹੁੰਦਾ ਹੈ ਤਾਂ ਉਹ ਆਪਣਾ ਆਪ ਵਾਰ ਦਿੰਦਾ ਹੈ, ਆਪਣਾ ਰੂਪ ਹੀ ਉਹਨੂੰ ਦੇ ਦਿੰਦਾ ਹੈ। ਜਿਵੇਂ ਨਾਨਕ ਨੂੰ ਦਿੱਤਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਰੂਪ ਹੀ ਦੇ ਦਿੱਤਾ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਰੂਪ ਹੀ ਦੇ ਦਿੱਤਾ। ਸਾਰੇ ਗੁਰੂ ਸਾਹਿਬਾਨ ਨੂੰ, ਜਿੰਨੇ ਵੀ ਦੁਨੀਆ ਦੇ ਵਿੱਚ ਭਗਤ ਹੋਏ ਆ, ਜਾਂ ਜੀਸਸ ਕ੍ਰਾਈਸਟ ਹੋਇਆ, ਜਾਂ ਮੁਹੰਮਦ ਸਾਹਿਬ ਹੋਏ ਆ, ਜਿਹੜੇ ਧਰਮ ਦੇ ਰਹਿਬਰ ਹੋਏ ਆ, ਜਿਨ੍ਹਾਂ ਨੇ ਉਹਨੂੰ ਪਾਇਆ, ਤਾਂ ਪ੍ਰਭੂ ਨੇ ਨਿਹਾਲ ਹੋ ਕੇ, ਪ੍ਰਸੰਨ ਹੋ ਕੇ ਆਪਣਾ ਸਾਰੇ ਦਾ ਸਾਰਾ ਕੁਝ ਉਹਨਾਂ ਉੱਤੇ ਨਿਸ਼ਾਵਰ ਕਰ ਦਿੱਤਾ। ਦੁਨਿਆਵੀ ਬਖਸ਼ਿਸ਼ ਦੇ ਜਿਹੜਾ ਦੇਣ ਵਾਲੇ ਹੈ, ਉਹਨਾਂ ਦਾ ਲਿਮਟ ਹੈ ਕਿ ਮੈਂ ਇੰਨੇ ਹਜ਼ਾਰ ਹੀ ਇਸ ਗਾਉਣ ਵਾਲੇ ਨੂੰ ਦੇ ਸਕਦਾ ਹਾਂ। ਪਰ ਪ੍ਰੀਤਮ ਪਿਆਰੇ ਦਾ ਕੋਈ ਲਿਮਟ ਨਹੀਂ ਹੈ। ਸਾਰੀਆਂ ਸ੍ਰਿਸ਼ਟੀਆਂ ਦਾ ਗਿਆਨ, ਸਾਰੀ ਸੁੰਦਰਤਾ ਦੀ ਅਕਲ, ਸਾਰਾ ਸੱਚ, ਸਾਰਾ ਸੱਤ ਉਹ ਆਪਣੇ ਭਗਤਾਂ ਤੋਂ ਨਿਸ਼ਾਵਰ ਕਰ ਦਿੰਦਾ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਸੱਚੇ ਪਾਤਸ਼ਾਹ ਮਿਹਰ ਕਰਨ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ